ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਅਹਿਮ ਖਬਰਾਂ ਤੇ। ਸਭ ਤੋਂ ਪਹਿਲਾਂ ਗੱਲ ਕਿ ਪੰਜਾਬ ਮੰਤਰੀ ਮੰਡਲ ਦੇ ਵਿੱਚ ਵੱਡਾ ਫੇਰ ਬਦਲ ਹੋਣਾ ਤੈਅ ਹੋ ਗਿਆ ਤੇ ਇਸ ਦੇ ਇਸ਼ਾਰੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਰ ਦਿੱਤੇ ਨੇ। ਦੱਸਿਆ ਇਹ ਵੀ ਜਾ ਰਿਹਾ ਕਿ ਲਿਸਟ ਵੀ ਤਿਆਰ ਹੋ ਗਈ ਹੈ ਤੇ 20 ਜੂਨ ਨੂੰ ਜਿਹੜੀ ਸੋਨੀਆ ਗਾਂਧੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਹੋਣੀ ਹੈ ਉਸ ਦੇ ਵਿੱਚ ਇਸ ਫੇਰਬਦਲ ਦੀ ਲਿਸਟ ਦੇ ਉੱਪਰ ਮੋਹਰ ਪੱਕੇ ਤੌਰ ਤੇ ਲੱਗ ਸਕਦੀ ਹੈ। ਕਿਹੜੇ ਵਿਧਾਇਕ ਸ਼ਾਮਲ ਹੋ ਸਕਦੇ ਆ ਤੇ ਕਿੰਨਾ ਦੀ ਛੁੱਟੀ ਹੋ ਸਕਦੀ ਹੈ, ਇਹ ਵੀ ਤੁਹਾਨੂੰ ਇਸ ਖਬਰ ਦੇ ਵਿੱਚ ਦੱਸਾਂਗੇ। ਤੇ ਨਾਲ ਹੀ ਨਾਲ ਦੱਸਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਇਸ ਦੇ ਰਾਹੀਂ ਕਰਨਾ ਕਿਉਂ ਚਾਹੁੰਦੇ ਨੇ। ਕਿ ਕੈਪਟਨ ਅਮਰਿੰਦਰ ਸਿੰਘ ਨਾਰਾਜ਼ ਵਿਧਾਇਕਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕਰਕੇ ਮਨਾਉਣਾ ਚਾਹੁੰਦੇ ਨੇ ਜਾਂ ਫਿਰ ਜਿਹੜੇ ਬਾਗੀ ਮੰਤਰੀ ਨੇ ਉਹਨਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਨੇ। ਇਸ ਖਬਰ ਤੇ ਵਿਚਾਰ ਚਰਚਾ ਕਰਾਂਗੇ ਤੇ ਗੱਲਬਾਤ ਅਗਲੀ ਖਬਰ ਤੇ ਵੀ ਕਰਾਂਗੇ ਕਿ 2022 ਦੇ ਮਿਸ਼ਨ ਸ਼ੁਰੂ ਕਰ ਦਿੱਤਾ ਗਿਆ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੀ। ਹਾਲਾਂਕਿ ਹਾਲੇ ਤੱਕ ਜਿਹੜਾ ਪੰਜਾਬ ਕਾਂਗਰਸ ਦਾ ਆਪਸੀ ਕਾਟੋ ਕਲੇਸ਼ ਆ ਖਤਮ ਨਹੀਂ ਹੋਇਆ, ਪਰ ਉਸ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵੱਲੋਂ ਆਪਣੇ ਧੜੇ ਦੇ ਨਾਲ ਮਿਲ ਕੇ 2022 ਦਾ ਮਿਸ਼ਨ ਸ਼ੁਰੂ ਕਰ ਦਿੱਤਾ ਗਿਆ। ਪਰ ਉਸ ਦੇ ਵਿੱਚ ਏਜੰਡਾ ਸਭ ਤੋਂ ਉੱਪਰ ਕੀ ਰੱਖਿਆ ਗਿਆ ਇਹ ਵੀ ਤੁਹਾਨੂੰ ਦੱਸਾਂਗੇ। ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਪਹਿਲਾਂ ਜਿਹੜੀ ਆਪਾਂ ਖਬਰ ਕੀਤੀ ਸੀ, ਇੱਕ ਉਜਾਗਰ ਕੀਤੀ ਸੀ ਕਿ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦਿੱਤੀ ਜਾ ਸਕਦੀ ਹੈ, ਇੱਕ ਨੂੰ ਡੀਐਸਪੀ ਤੇ ਦੂਜੇ ਨੂੰ ਤਹਿਸੀਲਦਾਰ। ਤਾਂ ਹੁਣ ਇੱਕ ਖਬਰ ਨਿਕਲ ਕੇ ਇਹ ਵੀ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਦੇ ਇੱਕ ਮੰਤਰੀ ਦੇ ਜਵਾਈ ਨੂੰ ਵੀ ਜਿਹੜੇ ਇੰਸਪੈਕਟਰ ਦੀ ਨੌਕਰੀ ਜਿਹੜੀ ਦਿੱਤੀ ਜਾ ਸਕਦੀ ਹੈ। ਕਿਉਂ ਇਹ ਨੌਕਰੀ ਦਿੱਤੀ ਜਾ ਰਹੀ ਹੈ? ਇੱਕ ਪਾਸੇ ਟੀਚਰ ਜਾਂ ਹੋਰ ਜਿਹੜੇ ਮੁਲਾਜ਼ਮ ਕੱਚੇ ਨੇ ਉਹ ਡਾਂਗਾ ਖਾ ਰਹੇ ਨੌਕਰੀ ਦੇ ਲਈ, ਦੂਜੇ ਪਾਸੇ ਸੁਗਾਤਾਂ ਦੇ ਵਿੱਚ ਵੱਡੇ ਲੀਡਰਾਂ ਦੇ ਪੁੱਤਰਾਂ ਤੇ ਰਿਸ਼ਤੇਦਾਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ। ਕਿਉਂ ਦਿੱਤੀਆਂ ਜਾ ਰਹੀਆਂ ਨੇ, ਇਸ ਖਬਰ ਤੇ ਵੀ ਵਿਚਾਰ ਚਰਚਾ ਕਰਾਂਗੇ। ਤੇ ਵਿਚਾਰ ਚਰਚਾ ਲਈ ਮੇਰੇ ਨਾਲ ਮੌਜੂਦ ਰਹਿਣਗੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਨਾਲ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ 'ਚ। ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ ਕਹਿੰਦੇ ਕਿ ਫੇਰ ਬਦਲ ਪੰਜਾਬ ਮੰਤਰੀ ਮੰਡਲ ਦੇ ਵਿੱਚ ਤੈਅ, ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕਿਆ ਕਿ ਇਹਦੇ ਵਿੱਚ ਰਾਜ ਕੀ ਹੈ। ਕੈਪਟਨ ਅਮਰਿੰਦਰ ਸਿੰਘ ਨਾਰਾਜ਼ ਵਿਧਾਇਕਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕਰਕੇ ਮਨਾਉਣਾ ਚਾਹੁੰਦੇ ਆ ਜਾਂ ਫਿਰ ਜਿਹੜੇ ਬਾਗੀ ਮੰਤਰੀ ਆ ਉਹਨਾਂ ਨੂੰ ਫੇਰ ਬਦਲ ਦੇ ਰਾਹੀਂ ਸਬਕ ਸਿਖਾਉਣਾ ਚਾਹੁੰਦੇ ਆ। ਸੁਖਵਿੰਦਰ ਜੀ, ਆਪਾਂ ਬੜੇ ਲੰਬੇ ਸਮੇਂ ਤੋਂ ਚਰਚਾ ਕਰਦੇ ਆ ਰਹੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜੇ ਉਹਨਾਂ ਨੇ ਸਹੀ ਕਾਰਵਾਈ ਕਰਨੀ ਹੈ, ਸਹੀ ਆਪਣੀ ਸੱਤਾ ਚਲਾਉਣੀ ਹੈ, ਤਾਂ ਉਹਨਾਂ ਨੂੰ ਆਪਣੀ ਕਾਰਜਸ਼ੈਲੀ ਬਦਲਣੀ ਹੋਏਗੀ। ਆਪਾਂ ਬਹੁਤ ਲੰਬੇ ਸਮੇਂ ਤੋਂ ਬਾਰ-ਬਾਰ ਇਹ ਗੱਲ ਕਹਿ ਰਹੇ ਸੀਗੇ ਔਰ ਪਰ ਆਪਾਂ ਨੂੰ ਪਤਾ ਹੈ ਕਿ ਜਿਵੇਂ ਕੈਪਟਨ ਸਾਹਿਬ ਰਜਵਾੜਾ ਸ਼ਾਹੀ ਦਾ ਬਹੁਤ ਵੱਡਾ ਅਸਰ ਹੈ ਉਹਨਾਂ ਦੇ ਉੱਤੇ ਔਰ ਆਪਣੀ ਧੱਕੜ ਕਾਰਗੁਜ਼ਾਰੀ ਕਰਕੇ ਜਾਣੇ ਜਾਂਦੇ ਨੇ। ਉਹਨਾਂ ਦੇ ਵਿੱਚ ਫਰਕ ਨਹੀਂ ਸੀ ਆ ਰਿਹਾ। ਪਰ ਹੁਣ ਤੁਸੀਂ ਦੇਖੋਗੇ ਕਿ ਜਦੋਂ ਤੋਂ ਵਿਰੋਧੀ ਸੁਰਾਂ ਉੱਭਰਨੀਆਂ ਸ਼ੁਰੂ ਹੋਈਆਂ ਨੇ, ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਦੋਂ ਤੋਂ ਕੈਪਟਨ ਸਾਹਿਬ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਉਠਾਉਣੇ ਸ਼ੁਰੂ ਕੀਤੇ ਨੇ, ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੀ ਹੈਗੀ ਹੈ, ਜਿਵੇਂ ਆਪਾਂ ਨੇ ਤੁਸੀਂ ਦੇਖਿਆ ਹੋਵੇਗਾ ਮਹਾਭਾਰਤ ਦੇ ਵਿੱਚ ਕੁੰਭਕਰਨ ਨੂੰ ਉਠਾਉਣਾ ਪੈਂਦਾ ਨਾ, ਕਿ ਬਾਰ-ਬਾਰ ਜਿਹੜੇ ਕੋਈ ਬਾਜੇ ਵਾਲੇ ਬੁਲਾਉਣੇ ਪੈਂਦੇ ਨੇ, ਕਦੇ ਕੁਝ ਬੁਲਾਉਣੇ ਪੈਂਦਾ, ਢੋਲ ਵਜਾਉਣੇ ਪੈਂਦੇ ਨੇ। ਇਸ ਤਰ੍ਹਾਂ ਦਾ ਮਤਲਬ ਉਹ ਨੀਂਦ ਸੁੱਤੇ ਹੋਏ ਸੀਗੇ, ਸੋ ਉਹਨਾਂ ਨੂੰ ਉਠਾਉਣਾ ਪਿਆ। ਔਰ ਕੱਲ ਦੀ ਜਿਹੜੀ ਤਾਜ਼ਾ ਆਪਾਂ ਖਬਰਾਂ ਅੱਜ ਕਰ ਰਹੇ ਹਾਂ ਉਹਦੇ ਵਿੱਚ ਵੱਡਾ ਫਰਕ ਇਹ ਪਿਆ, ਉਹ ਹੁਣ ਆਪਣੇ ਵਿਧਾਇਕਾਂ ਦੇ, ਆਪਣੇ ਮਿਨਿਸਟਰਾਂ ਦੇ, ਆਪਣੇ ਜਿਹੜੇ ਹੋਰ ਵੱਡੇ ਲੀਡਰ ਨੇ ਉਹਨਾਂ ਦੇ ਘਰਾਂ 'ਚ ਜਾ ਰਹੇ ਨੇ ਉਹ, ਔਰ ਆਪਣੇ ਸਿਸਮਾ ਫਾਰਮ ਦੇ ਦਰਵਾਜ਼ੇ ਉਹਨਾਂ ਨੇ ਖੋਲ੍ਹਤੇ। ਸਿਰਫ ਸਿਸਮਾ ਫਾਰਮ ਦੇ ਦਰਵਾਜ਼ੇ ਨਹੀਂ ਖੋਲੇ, ਸਗੋਂ ਉਹ ਉਤਰ ਕੇ ਹੁਣ ਉਹ ਆਪਣੀ ਜਿਹੜੀ ਸਰਕਾਰੀ ਰਿਹਾਇਸ਼ ਹੈ ਉੱਥੇ ਹੁਣ ਸ਼ਿਫਟ ਹੋ ਚੁੱਕੇ ਨੇ। ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਲਗਾਤਾਰ ਕੁਝ ਦਿਨ ਤੋਂ ਉਹ ਆਪਣੀ ਕਾਰਗੁਜ਼ਾਰੀ ਨੂੰ ਬਦਲ ਰਹੇ ਨੇ ਔਰ ਇੱਥੋਂ ਤੱਕ ਕਿ ਆਪਣੇ ਜਿਹੜੇ ਵਿਰੋਧੀ ਸੁਰਾਂ ਅਲਾਪ ਰਹੇ ਸੀਗੇ, ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਫਲਾਣੇ ਲੋਕ ਮੇਰੇ ਖਿਲਾਫ ਜਿਹੜੇ ਨੇ ਦਿੱਲੀ ਦੇ ਵਿੱਚ ਭੁਗਤ ਕੇ ਆਏ ਨੇ, ਤਾਂ ਉਹਨਾਂ ਨੂੰ ਹੁਣ ਉਹ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਨੂੰ ਸ਼ਾਇਦ ਇਹ ਗੱਲਾਂ ਜਿਹੜੀਆਂ ਨੇ ਕਿ ਉਹਨਾਂ ਨੂੰ ਅਸੀਂ ਸਬਕ ਸਿਖਾਵਾਂਗੇ ਫਲਾਣਾ, ਪਹਿਲਾਂ ਤਾਂ ਇਹ ਕਹਿੰਦੇ ਸੀਗੇ ਕਿ ਅਸੀਂ ਬਿਲਕੁਲ ਮੈਚ ਝੁਕਣ ਵਾਲਾ ਨਹੀਂ ਹਾਂ, ਪਰ ਹੁਣ ਤੁਸੀਂ ਦੇਖੋ ਕਿ ਸਾਰਾ ਕੁਝ ਬੜੀ ਤੇਜ਼ੀ ਦੇ ਨਾਲ ਬਦਲ ਰਿਹਾ ਹੈ। ਔਰ ਪ੍ਰਤਾਪ ਸਿੰਘ ਬਾਜਵਾ ਤੱਕ ਉਹਨੂੰ ਮਿਲਣ ਗਏ ਨੇ ਕੱਲ ਉਹ, ਔਰ ਇੱਥੋਂ ਤੱਕ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਭਤੀਜੇ ਨੂੰ ਸਰਕਾਰੀ ਨੌਕਰੀ ਜਿਹੜੀ ਹੈਗੀ ਹੈ ਉਹ ਆਫਰ ਹੋ ਚੁੱਕੀ ਹੈ, ਜਿਵੇਂ ਆਪਾਂ ਨੇ ਗੱਲ ਕੀਤੀ ਹੈ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਕੈਪਟਨ ਸਾਹਿਬ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਵਿੱਚ ਬਹੁਤ ਵੱਡੀ ਤਬਦੀਲੀ ਆ ਚੁੱਕੀ ਹੈ। ਹੁਣ ਗੱਲ ਇਹ ਹੈ ਵੀ ਇਸ ਤਬਦੀਲੀ ਦਾ ਅਸਰ ਕੀ ਹੋਏਗਾ। ਮੈਂ ਕੱਲ ਵੀ ਗੱਲ ਕਹੀ ਸੀਗੀ, ਮੈਂ ਇਹ ਕਿਹਾ ਸੀਗਾ ਕਿ ਬਹੁਤ ਦੇਰ ਕਰਦੀ ਜਨਾਬ ਆਤੇ। ਸੋ ਹੁਣ ਇਹ ਬਹੁਤ ਲੇਟ ਹੋ ਚੁੱਕੇ ਨੇ
ਹੁਣ ਜੇ ਆਪਣੀ ਕਾਰਗੁਜ਼ਾਰੀ ਇਹ ਠੀਕ ਕਰ ਰਹੇ ਨੇ, ਵਿਰੋਧੀ ਧਿਰਾਂ ਨੂੰ ਮਿਲ ਰਹੇ ਨੇ, ਤਾਂ ਇਹਦੇ ਨਾਲ ਬਹੁਤਾ ਫਰਕ ਪੈਣ ਵਾਲਾ ਨਹੀਂ, ਕਿਉਂਕਿ ਜਿਹੜਾ ਤੀਰ ਚੱਲਣਾ ਸੀ ਉਹ ਚੱਲ ਚੁੱਕਿਆ। ਜਿਹੜੇ ਵਿਰੋਧੀ ਸੁਰਾਂ ਉੱਠਣੀਆਂ ਸੀ ਉਹ ਉੱਠ ਚੁੱਕੀਆਂ ਨੇ। ਜਿਹੜੀਆਂ ਵਿਰੋਧੀ ਧਿਰਾਂ ਆਪਾਂ ਨੂੰ ਪਤਾ ਹੈ ਕਿ ਦਿੱਲੀ ਦੇ ਵਿੱਚ ਜਾ ਕੇ, ਚਾਹੇ ਉਹ ਰਾਹੁਲ ਜੀ ਨੂੰ ਮਿਲੀਆਂ ਹੋਣ, ਚਾਹੇ ਉਹ ਪ੍ਰਿੰਕਾ ਜੀ ਨੂੰ ਮਿਲੀਆਂ ਹੋਣ, ਚਾਹੇ ਸੋਨੀਆ ਜੀ ਨੂੰ ਮਿਲੀਆਂ ਹੋਣ, ਚਾਹੇ ਖੜਗੇ ਕਮੇਟੀ ਜੀ ਨਾਲ ਜੋ ਗੱਲਬਾਤ ਹੋਈ ਹੋਵੇ, ਉੱਥੋਂ ਸਾਫ਼ ਸਪਸ਼ਟ ਦਿਖਾਈ ਦੇ ਰਿਹਾ ਹੈ ਕਿ ਹੁਣ ਚਾਹੇ ਡੈਮੇਜ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ, ਪਰ ਹੱਥ ਪੱਲੇ ਕੁਝ ਨਹੀਂ ਪੈਣਾ। ਆਉਣ ਵਾਲੇ ਦਿਨਾਂ ਦੇ ਵਿੱਚ 20 ਤੋਂ ਬਾਅਦ ਤੁਸੀਂ ਦੇਖੋਗੇ ਕਿ ਜਦੋਂ ਇਹਨਾਂ ਦੀ ਮੀਟਿੰਗ ਹੋਏਗੀ ਸੋਨੀਆ ਜੀ ਦੇ ਨਾਲ, ਚਾਹੇ ਉਹਦੇ ਵਿੱਚ ਸ਼ਾਮਲ ਹੋਣਗੇ ਨਵਜੋਤ ਸਿੰਘ ਸਿੱਧੂ ਜੀ ਜਾਂ ਕੈਪਟਨ ਸਾਹਿਬ, ਉਸ ਤੋਂ ਬਾਅਦ ਚੀਜ਼ਾਂ ਜਿਹੜੀਆਂ ਨੇ ਬਹੁਤ ਤੇਜ਼ੀ ਦੇ ਨਾਲ ਬਦਲਣਗੀਆਂ। ਔਰ ਪੰਜਾਬ ਦੀ ਕਾਂਗਰਸ ਦੇ ਵਿੱਚ ਜਿਹੜੇ ਪਹਿਲਾਂ ਜਿਹੜੇ ਚਿਹਰੇ ਦਿਖਾਈ ਦੇ ਰਹੇ ਨੇ, ਜਿਵੇਂ ਤੁਸੀਂ ਕੈਬਨਿਟ ਦੀ ਜਿਹੜੀ ਹੈਗੀ ਤਬਦੀਲੀ ਦੀ ਗੱਲ ਕਰ ਰਹੇ ਹੋ, ਉਸੇ ਤਰ੍ਹਾਂ ਦੀਆਂ ਤਬਦੀਲੀਆਂ ਤੁਸੀਂ ਚਾਹੇ ਇਹਨਾਂ ਦੇ ਸੰਗਠਨ ਦੇ ਵਿੱਚ ਆਉਣਗੀਆਂ, ਚਾਹੇ ਕੈਬਨਿਟ ਦੇ ਵਿੱਚ ਆਉਣਗੀਆਂ, ਚਾਹੇ ਜਿਹੜੀਆਂ ਹੋਰ ਓਵਰਆਲ ਜਿਹੜੀਆਂ ਤਬਦੀਲੀਆਂ ਨੇ, ਉਹ ਵੱਡੀਆਂ ਤਬਦੀਲੀਆਂ 20 ਤੋਂ ਬਾਅਦ ਤੁਸੀਂ ਦੇਖੋਗੇ ਕਿ ਬਹੁਤ ਵੱਡੀਆਂ ਤਬਦੀਲੀਆਂ ਆਉਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਸੁਖਵਿੰਦਰ ਜੀ, ਕਿਵੇਂ ਦੇਖਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਜੇਕਰ ਇਹਦੇ ਵਿੱਚ ਫੇਰ ਬਦਲ ਵੀ ਕਰਦੇ ਆ, ਕਿ ਜਿਹੜੀਆਂ ਪਰਿਸਥਿਤੀਆਂ ਹੁਣ ਕੈਪਟਨ ਦੀ ਹੁਣ ਬਣੀਆਂ ਹੋਈਆਂ ਨੇ, ਉਹਨਾਂ ਪਰਿਸਥਿਤੀਆਂ ਚੋਂ ਪਾਰ ਪਾਉਣ ਦਾ ਇਹ ਹੱਲ ਹੈਗਾ? ਸੁਖਵਿੰਦਰ ਜੀ ਦੇਖੋ, ਮੈਂ ਪਹਿਲਾਂ ਵੀ ਕਿਹਾ ਕਿ ਇਹ ਹੁਣ ਬਹੁਤ ਲੇਟ ਹੋ ਚੁੱਕੇ ਨੇ। ਜੇ ਅੱਜ ਤੋਂ 2 ਸਾਲ ਪਹਿਲਾਂ ਇਹ ਗੱਲਾਂ ਹੁੰਦੀਆਂ ਸ਼ੁਰੂ ਕਰ ਦਿੰਦੇ ਤਾਂ ਹੋ ਸਕਦਾ ਹੈ ਕਿ ਇਹ ਡੈਮੇਜ ਕੰਟਰੋਲ ਨੂੰ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ, ਜੇ 19 ਤੋਂ ਬਾਅਦ ਵੀ ਘੱਟੋ ਘੱਟ ਲੱਗ ਜਾਂਦੇ। ਪਰ ਉਸ ਤੋਂ ਬਾਅਦ ਕੀ ਹੋਇਆ, ਕਿਸਾਨੀ ਸੰਘਰਸ਼ ਆਇਆ ਔਰ ਕਰੋਨਾ ਵਰਗੀ ਮਹਾਮਾਰੀ ਆਈ। ਉਹਦੇ ਵਿੱਚ ਵੀ ਜਿਹੜੇ ਸੀ ਪੰਜਾਬ ਦੇ ਪ੍ਰਤੀ ਜੋ ਜ਼ਿੰਮੇਵਾਰੀ ਬਣਦੀ ਸੀ ਕੈਪਟਨ ਸਾਹਿਬ ਦੀ, ਉਹਨਾਂ ਦੀ ਉਸ ਤਰ੍ਹਾਂ ਦੀ ਜਿਹੜੀ ਹੈਗੀ ਆ ਤਨਦੇਹੀ ਦੇ ਨਾਲ ਉਹਨੂੰ ਨਿਭਾਉਂਦੇ ਉਹ ਨਜ਼ਰ ਨਹੀਂ ਆਏ। ਸੋ ਉਹਦਾ ਨਤੀਜਾ ਕੀ ਹੋਇਆ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਨਿਰਾਸ਼ਾ ਵਧੀ। ਪੰਜਾਬ ਦੀ ਜਿਹੜੀ ਇਸ ਵੇਲੇ ਸੱਤਾ ਸੀਗੀ ਕਾਂਗਰਸ ਦੀ, ਉਹਦੇ ਵਿੱਚ ਨਿਰਾਸ਼ਾ ਵਧੀ, ਉਹਦੇ ਵਿੱਚ ਗਰੁੱਪਿਜ਼ਮ ਵਧਿਆ, ਜਿਹਦੇ ਕਰਕੇ ਹੌਲੀ ਹੌਲੀ ਇੰਨਾ ਖਿਲਾਰਾ ਪੈ ਗਿਆ ਕਿ ਖੜਗੇ ਕਮੇਟੀ ਤੱਕ ਬਣਾਉਣੀ ਪੈ ਗਈ ਹਾਈ ਕਮਾਂਡ ਨੂੰ। ਸੋ ਉਹ ਨਤੀਜਾ ਕੀ ਨਿਕਲ ਰਿਹਾ ਕਿ ਇਸ ਵੇਲੇ ਕੋਸ਼ਿਸ਼ ਬੇਸ਼ੱਕ ਉਹ ਕਰ ਰਹੇ ਨੇ ਕਿ ਮੈਂ ਕੈਬਨਿਟ ਦੇ ਵਿੱਚ ਮੰਤਰੀ ਵੀ ਬਦਲ ਦਾਂਗਾ, ਮੰਤਰੀਆਂ ਨੂੰ ਹੋਰ ਜਿਹੜੇ ਨੇ ਵੱਡੇ ਅਹੁਦੇ ਦਵਾਂਗਾ, ਨੌਕਰੀਆਂ ਮੰਤਰੀਆਂ ਦੇ ਪੁੱਤਰਾਂ ਨੂੰ ਪੋਤਿਆਂ ਨੂੰ ਜਿਹੜੀ ਹੈਗੀ ਨੌਕਰੀਆਂ ਵੀ ਦੇਵਾਂਗੇ। ਇਸ ਕਰਕੇ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਕਿ ਇਦਾਂ ਹੀ ਉਹ ਖੁਸ਼ ਹੋ ਜਾਣਗੇ। ਪਰ ਮੈਨੂੰ ਇਹ ਲੱਗ ਰਿਹਾ ਹੈ ਕਿ ਜਿਸ ਕਿਸਮ ਦਾ ਖਿਲਾਰਾ, ਜਿਸ ਵੱਡੇ ਪੱਧਰ ਤੇ ਖਿਲਾਰਾ ਪੈ ਚੁੱਕਿਆ ਹੈ, ਉਹਦੇ ਵਿੱਚ ਇਸ ਚੀਜ਼ ਨੂੰ ਕੰਟਰੋਲ ਕਰ ਪਾਉਣਾ ਹੁਣ ਜਿਹੜੀ ਹੈਗੀ ਹੈ ਇਹ ਹੱਥੋਂ ਨਿਕਲਦੀ ਗੱਲ ਨਜ਼ਰ ਆ ਰਹੀ ਹੈ ਕਾਂਗਰਸ ਦੇ। ਸੋ ਇਸ ਕਰਕੇ ਹੋ ਸਕਦਾ ਹੈ ਕਿ ਜਿਹੜੀ ਹਾਈ ਕਮਾਂਡ ਹੈ ਇਸ ਨੂੰ ਕਿਵੇਂ ਕੰਟਰੋਲ ਕਰਦੀ ਹੈ, ਉਹ ਉੱਥੇ ਤਾਂ ਜਾ ਕੇ ਆਪਾਂ ਕਹਿ ਸਕਦੇ ਹਾਂ ਕਿ ਸੰਭਾਵਨਾਵਾਂ ਹੈਗੀਆਂ ਨੇ। ਪਰ ਕੈਪਟਨ ਸਾਹਿਬ ਕੋਲੋਂ ਜਿਹੜੀਆਂ ਸੰਭਾਵਨਾਵਾਂ ਆਪਾਂ ਉਮੀਦ ਕਰ ਰਹੇ ਹਾਂ ਕਿ ਕੈਪਟਨ ਸਾਹਿਬ ਇਹਨੂੰ ਸੁਲਝਾ ਲੈਣਗੇ, ਇਹਨੂੰ ਸਾਰੀ ਚੀਜ਼ ਨੂੰ ਜਿਵੇਂ ਲਾਲਚ ਦੇ ਕੇ ਕੰਟਰੋਲ ਕਰਕੇ ਜਿਹੜਾ ਹੈਗਾ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ, ਉੱਥੋਂ ਸੰਭਾਵਨਾਵਾਂ ਬਹੁਤ ਘੱਟ ਨਜ਼ਰ ਆ ਰਹੀਆਂ ਨੇ। ਹਾਂ, ਸੋਨੀਆ ਗਾਂਧੀ ਜੀ ਜੇ ਸਹੀ ਫੈਸਲੇ ਲੈਣਗੇ, ਰਾਹੁਲ ਜੀ ਸਹੀ ਫੈਸਲੇ ਲੈਣਗੇ, ਪ੍ਰਿੰਕਾ ਜੀ ਸਹੀ ਫੈਸਲੇ ਲੈਣਗੇ, ਪੰਜਾਬ ਦੇ ਲੋਕਾਂ ਦੀ ਨਬਜ਼ ਨੂੰ ਪਛਾਣਦੇ ਹੋਏ, ਤਾਂ ਲਾਜ਼ਮੀ ਤੌਰ ਤੇ ਤੁਸੀਂ ਦੇਖੋਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਕੰਟਰੋਲ ਘੱਟ ਕੀਤਾ ਜਾ ਸਕਦਾ ਹੈ। ਪਰ ਕੈਪਟਨ ਸਾਹਿਬ ਦੇ ਜਿਹੜੀ ਵੱਸ ਦੀ ਗੱਲ ਹੈ, ਜੇ ਆਪਾਂ ਕਹੀਏ ਕਿ ਕੈਪਟਨ ਸਾਹਿਬ ਦੇ ਹੁਣ ਵੱਸ ਦੀ ਗੱਲ ਨਹੀਂ ਰਹੀ, ਉਹਨਾਂ ਦੇ ਨਾਲ ਤਾਂ ਖਿਲਾਰਾ ਪਏਗਾ। ਜੀ ਸੁਖਵਿੰਦਰ ਜੀ, ਕਿਵੇਂ ਦੇਖਦੇ ਹੋ ਕਿ ਕਹਿੰਦੇ ਕਿ ਜਿਹੜੀ ਸੋਨੀਆ ਗਾਂਧੀ ਦੇ ਨਾਲ ਹੁਣ ਮੀਟਿੰਗ ਹੋਣੀ ਹੈ 2022 ਦੀਆਂ ਚੋਣਾਂ ਨੂੰ ਲੈ ਕੇ, 2022 ਦੇ ਮਿਸ਼ਨ ਨੂੰ ਲੈ ਕੇ, ਕਹਿੰਦੇ ਇਸ ਗੱਲ ਤੇ ਏਜੰਡਾ ਪਹਿਲੇ ਨੰਬਰ ਤੇ ਰੱਖਿਆ ਗਿਆ ਕਿ ਪਾਰਟੀ ਦੇ ਅੰਦਰ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਅਨੁਸ਼ਾਸਨ ਨੂੰ ਸਖਤੀ ਦੇ ਨਾਲ ਲਾਗੂ ਕੀਤਾ ਜਾਵੇਗਾ। ਤੇ ਨਾਲ ਹੀ ਨਾਲ ਇਹ ਵੀ ਗੱਲ ਦੱਸੀ ਜਾ ਰਹੀ ਹੈ ਕਿ ਪੰਜਾਬ ਕਾਂਗਰਸ ਦੀ ਜਿਹੜੀ ਸਰਕਾਰ ਹੈ ਉਹ ਅਗਲੇ 7-8 ਮਹੀਨਿਆਂ ਦੇ ਵਿੱਚ 50,000 ਨੌਕਰੀਆਂ ਜਿਹੜੀਆਂ ਭਰਨ ਨੂੰ ਲੈ ਕੇ ਵੀ ਪੱਬਾਂ ਭਾਰ ਹੈ ਤੇ ਜਲਦ ਤੋਂ ਜਲਦ ਕਹਿੰਦੇ 50,000 ਨੌਕਰੀਆਂ ਦੀਆਂ ਅਸਾਮੀਆਂ ਭਰੀਆਂ ਜਾਣਗੀਆਂ। ਕੀ ਲੱਗਦਾ ਹੈ ਕਿ ਸੋਨੀਆ ਗਾਂਧੀ ਦੇ ਇਸ ਕਦਮ ਦੇ ਨਾਲ ਲੋਕਾਂ ਨੂੰ ਖੁਸ਼ ਕੀਤਾ ਜਾ ਸਕਦਾ ਤੇ ਪਾਰਟੀ ਦੇ ਅੰਦਰ ਜਿਹੜੇ ਅਨੁਸ਼ਾਸਨ ਬਣਾਈ ਰੱਖਣ ਨੂੰ ਲੈ ਕੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਵਿੱਚ ਕਾਮਯਾਬ ਹੋ ਪਾਉਣਗੇ? ਸੁਖਵਿੰਦਰ ਜੀ ਦੇਖੋ, ਜਿੱਥੋਂ ਤੱਕ ਨੌਕਰੀਆਂ ਦਾ ਸੰਬੰਧ ਹੈ ਔਰ ਕਾਂਗਰਸ ਨੂੰ ਸ਼ਾਇਦ ਲੱਗਦਾ ਹੈ ਕਿ ਅਸੀਂ ਜਿਵੇਂ ਅਕਾਲੀਆਂ ਨੇ ਜਾਂਦੇ ਜਿਹੜਾ ਸੀਗਾ ਬਹੁਤ ਸਾਰੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਪੱਕੇ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਬਾਅਦ ਦੇ ਵਿੱਚ ਫੇਰ ਉਹ ਜਿਹੜਾ ਹੈਗਾ ਖਿਲਾਰਾ ਪੈ ਗਿਆ। ਸੋ ਇਸੇ ਤਰ੍ਹਾਂ ਹੁਣ ਸਰਕਾਰਾਂ ਕੀ ਕਰਦੀਆਂ ਨੇ ਜਾਣਬੁੱਝ ਕੇ ਖਿਲਾਰਾ ਪਾਉਣ ਦੇ ਲਈ ਕਿ ਇਹ ਜਿਹੜਾ ਹੈਗਾ ਅਗਲੀ ਸਰਕਾਰ ਦੇਖੇਗੀ ਜਦੋਂ ਆਊਗੀ, ਇਹ ਜਾਂਦੇ ਇਦਾਂ ਦੇ ਛੁਰਲੀਆਂ ਜਿਹੜੇ ਨੇ ਉਹ ਛੱਡਦੇ ਨੇ। ਸੋ ਕਿੱਥੇ ਤਾਂ ਕੈਪਟਨ ਸਾਹਿਬ ਨੇ ਵਾਅਦੇ ਇਹ ਕੀਤੇ ਸੀਗੇ ਕਿ ਜਦੋਂ ਮੇਰੀ ਸੱਤਾ ਆਏਗੀ ਮੈਂ ਘਰ ਘਰ ਨੌਕਰੀ ਦੇਵਾਂਗਾ,
ਤੁਹਾਨੂੰ ਵੀ ਯਾਦ ਹੋਏਗਾ, ਪੰਜਾਬੀਆਂ ਨੂੰ ਸਾਰਿਆਂ ਨੂੰ ਯਾਦ ਹੈ ਕਿ ਉਹਨਾਂ ਨੇ ਫਾਰਮ ਵੀ ਭਰੇ ਔਰ ਇੱਥੋਂ ਤੱਕ ਕਿ ਉਹਨਾਂ ਨੇ ਕਾਰਡ ਵੀ ਬਣਾ ਕੇ ਦਿੱਤੇ ਕਿ ਆਹ ਕਾਰਡ ਤੁਸੀਂ ਸੰਭਾਲ ਕੇ ਰੱਖਿਓ, ਜਦੋਂ ਮੈਂ ਸੱਤਾ 'ਚ ਆਇਆ ਤਾਂ ਤੁਸੀਂ ਮੇਰੇ ਜਿਹੜੇ ਅਫਸਰਸ਼ਾਹੀ ਹੋਏਗੀ ਉਹਨਾਂ ਨੂੰ ਤੁਸੀਂ ਇਹ ਕਾਰਡ ਦਿਖਾਉਣੇ ਨੇ ਤੇ ਤੁਹਾਨੂੰ ਨੌਕਰੀ ਜਿਹੜੀ ਹੈਗੀ ਸਰਕਾਰੀ ਮਿਲ ਜੇਗੀ। ਪਰ ਹੋਇਆ ਕੀ, 4.5 ਸਾਲ ਹੋ ਗਏ, ਨੌਕਰੀਆਂ ਕਿਹਨਾਂ ਨੂੰ ਮਿਲੀਆਂ? ਸਾਰੇ ਜਿਹੜੇ ਆਪਾਂ ਨੂੰ ਪਤਾ ਹੈ ਕਿ ਅੱਜ ਵੀ ਕੈਬਨਿਟ ਦੇ ਵਿੱਚ ਤੁਸੀਂ ਜਿਵੇਂ ਕਿਹਾ ਹੈ ਕਿ ਵਿਧਾਇਕਾਂ ਦੇ ਜਿਹੜੇ ਕਰੋੜਾਂਪਤੀ ਲੋਕ ਨੇ, ਜਿਹੜੇ ਅਮੀਰ ਲੋਕ ਨੇ, ਉਹਨਾਂ ਨੂੰ ਜਿਹੜੀਆਂ ਨੇ ਨੌਕਰੀਆਂ, ਵਿਧਾਇਕਾਂ ਦੇ ਆਪਣੇ ਪੁੱਤ ਪੋਤਿਆਂ ਨੂੰ ਨੌਕਰੀਆਂ ਜਿਹੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ। ਤੋਂ ਦੂਜੇ ਪਾਸੇ ਕੀ ਹੋ ਰਿਹਾ ਇਸ ਵੇਲੇ ਪੰਜਾਬ ਦੇ ਵਿੱਚ, ਚਾਹੇ ਉਹ ਮੋਹਾਲੀ ਦੇ ਵਿੱਚ ਹੋਣ, ਚਾਹੇ ਉਹ ਪਟਿਆਲੇ ਦੇ ਵਿੱਚ ਹੋਣ, ਚਾਹੇ ਸਿਸਮਾ ਫਾਰਮ ਦੇ ਉੱਤੇ ਹੋਣ, ਔਰ ਜਿੱਥੇ ਵੀ ਤੁਸੀਂ ਦੇਖੋ ਸੜਕਾਂ ਦੇ ਉੱਤੇ ਇਸ ਵੇਲੇ ਲੋਕ ਤਰ੍ਹਾਂ ਕਰ ਰਹੇ ਨੇ। ਪੜ੍ਹੀ ਲਿਖੀ ਜਨਤਾ ਜਿਹੜੀ ਹੈਗੀ ਹੈ, ਪੜ੍ਹੇ ਲਿਖੇ ਅਧਿਆਪਕ, ਪੜ੍ਹੇ ਲਿਖੇ ਵੱਖਰੇ ਵੱਖਰੇ ਵਰਗ ਜਿਹੜੇ ਨੇ, ਉਹ ਡੰਡੇ ਖਾਂਦੇ, ਟਾਵਰਾਂ ਤੇ ਚੜੇ, ਟੈਂਕੀਆਂ ਤੇ ਚੜੇ, ਨਹਿਰਾਂ ਦੇ ਵਿੱਚ ਛਾਲਾਂ ਮਾਰਦੇ ਤੁਹਾਨੂੰ ਦਿਖਾਈ ਦੇਣਗੇ। ਸੋ ਇੱਕ ਪਾਸੇ ਪੰਜਾਬ ਕਿ ਪਹਿਲਾਂ ਵਿਧਾਇਕਾਂ ਦੇ ਪੁੱਤਰਾਂ ਨੂੰ ਜੀ, ਇੱਕ ਨੂੰ ਐਸਪੀ ਤੇ ਦੂਜੇ ਨੂੰ ਤਹਿਸੀਲਦਾਰ, ਤੇ ਹੁਣ ਮੰਤਰੀ ਦੇ ਇੱਕ ਜਿਹੜਾ ਹੈਗਾ ਉਹਦੇ ਜਵਾਈ ਨੂੰ ਵੀ ਜਿਹੜੀ ਨੌਕਰੀ ਦੇਣ ਦੀ ਸ਼ੁਰੂ ਕਰ ਦਿੱਤੀ ਹੈ ਕਵਾਇਦ। ਕਹਿੰਦੇ ਜਲਦ ਤੋਂ ਜਲਦ ਉਹਦੇ ਜਵਾਈ ਨੂੰ ਇੰਸਪੈਕਟਰ ਬਣਾਇਆ ਜਾ ਸਕਦਾ। ਸੋ ਇਹੀ ਮੈਂ ਗੱਲ ਇੱਥੇ ਆਪਣੇ ਦਰਸ਼ਕਾਂ ਨੂੰ ਦੱਸਣ ਦੀ ਲੋੜ ਹੈ ਕਿ ਇਸ ਵੇਲੇ ਪੰਜਾਬ ਦਾ ਜਿਹੜੇ ਇਹ ਲੋਕ ਨੇ, ਜਿਹੜੇ ਮੈਂ ਗੱਲ ਕਰ ਰਿਹਾ ਅਧਿਆਪਕ ਸਾਹਿਬਾਨ ਨੇ, ਇਹ 18 ਸਾਲਾਂ ਤੋਂ 6 ਹਜ਼ਾਰ ਰੁਪਏ ਦੇ ਉੱਤੇ ਨੌਕਰੀ ਕਰ ਰਹੇ ਨੇ। 18 ਸਾਲ ਹੋ ਗਏ ਸੁਖਵਿੰਦਰ ਜੀ, ਔਰ ਉਹ ਲਗਭਗ 13-14 ਹਜ਼ਾਰ ਜਿਹੜੇ ਅਧਿਆਪਕ ਸਾਹਿਬਾਨ, ਔਰ ਕਿਵੇਂ ਉਹਨਾਂ ਨੂੰ ਕੁੱਟਿਆ ਜਾ ਰਿਹਾ ਹੈ, ਔਰ ਕਿਵੇਂ ਪ੍ਰਸ਼ਾਸਨ ਜਿਹੜਾ ਹੈਗਾ ਉਹਨਾਂ ਦੇ ਨਾਲ ਜਿਹੜਾ ਹੈਗਾ ਦੁਰਵਿਹਾਰ ਕਰ ਰਿਹਾ ਹੈ। ਇਹ ਸਾਰਿਆਂ ਤੋਂ ਸਾਰੇ ਉਹ ਵੀਡੀਓਜ਼ ਜਿਹੜੇ ਨੇ ਵਾਇਰਲ ਹੋ ਰਹੇ ਨੇ ਕਿ ਪਿਛਲੇ ਲੰਮੇ ਸਮੇਂ ਤੋਂ। ਸੋ ਤੁਸੀਂ ਦੇਖੋਗੇ ਕਿ ਇੱਕ ਪਾਸੇ ਜਿਹੜੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਇਹਨਾਂ ਨੇ, ਉਹ ਕਿਸੇ ਨੂੰ ਨਜ਼ਰ ਨਹੀਂ ਆ ਰਹੀ। ਦੂਜੇ ਪਾਸੇ ਆਪਣੇ ਵਿਧਾਇਕਾਂ ਨੂੰ, ਆਪਣੇ ਜਿਹੜੇ ਖਾਸ ਬੰਦਿਆਂ ਨੂੰ, ਔਰ ਵੱਡੀ ਗੱਲ ਇਹ ਹੈ ਕਿ ਜਿਹੜੇ ਬੰਦੇ ਨਾਰਾਜ਼ ਨੇ, ਇੱਥੇ ਗੱਲ ਇਹ ਸਮਝਣ ਵਾਲੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਭਤੀਜਾ ਔਰ ਫਤਿਹ ਜੰਗ ਹੋਰਾਂ ਦਾ ਬੇਟਾ, ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਨਾਰਾਜ਼ ਚੱਲੇ ਆ ਰਹੇ ਨੇ, ਇਸ ਪਰਿਵਾਰ ਨੂੰ ਖੁਸ਼ ਕਰਕੇ ਜਿਹੜਾ ਸੀਗਾ ਇਸ ਨੂੰ ਠੱਲ ਪਾਈ ਜਾਏ, ਉਸ ਲਾਲਚ ਦੇ ਵਿੱਚ ਜਿਹੜੀ ਹੈਗੀ ਜਾ ਕੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ। ਸੋ ਤੁਸੀਂ ਦੇਖੋਗੇ, ਇਸੇ ਲਈ ਮੈਂ ਕਹਿ ਰਿਹਾ ਕਿ ਪੰਜਾਬ ਦੇ ਬੱਚੇ ਇਸ ਵੇਲੇ ਜਿਹੜਾ ਹੈਗਾ ਇਸ ਚੀਜ਼ ਦੇ ਉੱਤੋਂ ਸਪਸ਼ਟ ਹੋ ਚੁੱਕਿਆ ਹੈ ਕਿ ਸਾਨੂੰ ਨੌਕਰੀ ਨਹੀਂ ਮਿਲਣੀ। ਚਾਹੇ ਉਹ 50,000 ਦੇ ਲਾਰਾ ਜ਼ਰੂਰ ਲਾਉਣਗੇ, ਕੈਬਨਿਟ ਦੇ ਵਿੱਚ ਪਾਸ ਜ਼ਰੂਰ ਕਰ ਦੇਣਗੇ, ਪਰ ਕਿਹਨਾਂ ਨੂੰ ਨੌਕਰੀ ਮਿਲੇਗੀ, ਕਦੋਂ ਮਿਲੇਗੀ, ਕੌਣ ਦੇਏਗਾ, ਇਹਦੇ ਉੱਤੇ ਵੱਡੇ ਸਵਾਲ ਜਿਹੜੇ ਨੇ ਇਸ ਵੇਲੇ ਲੱਗੇ ਹੋਏ ਨੇ। ਕਿਉਂਕਿ ਇਸ ਵੇਲੇ ਜਿਹੜਾ ਮੌਜੂਦਾ ਹਾਲਾਤ ਜਿਹੜੇ ਇਸ ਵੇਲੇ ਚੱਲ ਰਹੇ ਨੇ, ਉਹ ਪੁਲਿਸ ਦੀਆਂ ਜਿਹੜੀਆਂ ਡਾਂਗਾਂ ਖਾ ਰਹੇ ਨੇ ਸਾਡੇ ਅਧਿਆਪਕ ਸਾਹਿਬਾਨ। ਔਰ ਆਪਾਂ ਅਨੁਸ਼ਾਸਨ ਦੀ ਗੱਲ ਰਹਿ ਗਈ ਸੀ, ਜਿਹੜੀ ਸੋਨੀਆ ਗਾਂਧੀ ਨੇ ਕਿਹਾ 2022 ਦੀਆਂ ਚੋਣਾਂ ਤੋਂ ਪਹਿਲਾਂ ਅਨੁਸ਼ਾਸਨ ਬਣਾ ਕੇ ਰੱਖਣਾ ਬੜਾ ਜ਼ਰੂਰੀ ਹੈ, ਤੇ ਅਨੁਸ਼ਾਸਨ ਲਾਗੂ ਵੀ ਸਖਤੀ ਨਾਲ ਕਰਵਾਉਣਾ ਵੀ ਬੜਾ ਜ਼ਰੂਰੀ ਹੈ। ਕੀ ਲੱਗਦਾ ਕਿ ਇਸ ਦੇ ਨਾਲ ਕਾਂਗਰਸ ਪਾਰਟੀ ਦੇ ਅੰਦਰ ਡੈਮੇਜ ਕੰਟਰੋਲ ਰੋਕਿਆ ਜਾ ਸਕਦਾ? ਕਿਉਂਕਿ ਗੱਲ ਇਕੱਲੇ ਪੰਜਾਬ ਦੀ ਨਹੀਂ, ਗੱਲ ਪੂਰੇ ਭਾਰਤ ਦੇ ਵਿੱਚ ਕਾਂਗਰਸ ਦੀ ਹੈ। ਜੇਕਰ ਆਪਾਂ ਯੂਪੀ ਦੀ ਗੱਲ ਕਰੀਏ, ਜਤਨ ਪ੍ਰਸਾਦ ਉੱਥੇ ਛੱਡ ਗਏ, ਪਹਿਲਾਂ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਅਸ਼ੋਕ ਤੰਵਰ ਛੱਡ ਗਏ, ਫਿਰ ਮੱਧ ਪ੍ਰਦੇਸ਼ ਦੇ ਵਿੱਚ ਸਿੰਧੀਆ ਸਰਕਾਰ ਤੋੜ ਗਏ, ਫਿਰ ਸਚਿਨ ਪਾਇਲਟ ਵੀ ਬਾਗੀ ਤੇਵਰ ਅੱਜ ਵੀ ਲੈ ਕੇ ਬੈਠੇ ਆ, ਕਿਉਂਕਿ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਦੀ ਤਰ੍ਹਾਂ ਹਾਲੇ ਵੀ ਬਹੁਤ ਗੱਲਾਂ ਦੀ ਉਡੀਕ ਸੀ, ਪਰ ਹਾਲੇ ਵੀ ਮਿਲ ਨਹੀਂ ਸਕੀਆਂ। ਉਹ ਵੀ ਬਾਗੀ ਤੇਵਰ ਲੈ ਕੇ ਕਹਿੰਦੇ ਦਿੱਲੀ ਬੈਠੇ, ਤੇ ਪੰਜਾਬ ਦੇ ਅੰਦਰ ਵੀ ਉਹੀ ਕੁਝ। ਸਿਰਫ ਪੰਜਾਬ ਦੀ ਗੱਲ ਨਹੀਂ, ਕੀ ਲੱਗਦਾ ਕਿ ਸੋਨੀਆ ਗਾਂਧੀ ਪੂਰੇ ਭਾਰਤ ਦੀ ਕਾਂਗਰਸ ਦੇ ਵਿੱਚੋਂ ਇਸ ਡੈਮੇਜ ਕੰਟਰੋਲ ਨੂੰ ਰੋਕ ਕੇ ਰੱਖ ਸਕਦੇ ਆ? ਤੇ ਨਾਲ ਹੀ ਨਾਲ ਜਿਹੜੇ ਅਨੁਸ਼ਾਸਨ ਦੀ ਉਹਨਾਂ ਦੇ ਵੱਲੋਂ ਗੱਲ ਕੀਤੀ ਜਾ ਰਹੀ ਹੈ, ਉਹ ਅਨੁਸ਼ਾਸਨ ਵਾਕਈ ਹੀ ਸਖਤੀ ਦੇ ਨਾਲ ਪਾਰਟੀ ਦੇ ਅੰਦਰ ਲਾਗੂ ਕੀਤਾ ਜਾ ਸਕਦਾ? ਸੁਖਵਿੰਦਰ ਜੀ, ਜਿੱਥੋਂ ਤੱਕ ਕਾਂਗਰਸ ਦੀ ਹਾਈ ਕਮਾਂਡ ਦੀ ਗੱਲ ਹੈ, ਸੈਂਟਰ ਕਮੇਟੀ ਦੀ ਗੱਲ ਹੈ, ਉੱਥੋਂ ਅਸੀਂ ਇੱਥੋਂ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿ ਲਗਾਤਾਰ ਪਿਛਲੇ 6-7 ਸਾਲਾਂ ਤੋਂ ਪਾਰਟੀ ਦੀ ਜਿਹੜੀ ਹਾਈ ਕਮਾਂਡ ਹੈ ਉਹ ਕਮਜ਼ੋਰ ਨਜ਼ਰ ਆ ਰਹੀ ਹੈ, ਬਹੁਤ ਹੀ ਕਮਜ਼ੋਰ। ਹੌਲੀ ਹੌਲੀ ਮਤਲਬ ਇੰਨੀ ਕਮਜ਼ੋਰ ਹੋ ਗਈ ਕਿ ਉਹਦੇ ਵਿੱਚੋਂ ਵੀ ਵੱਖਰੇ ਵੱਖਰੇ ਗਰੁੱਪ ਪੈਦਾ ਹੋ ਗਏ। ਆਪਾਂ ਨੂੰ ਯਾਦ ਆਉਂਦਾ, ਆਪਾਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਉਹਦੇ ਵਿੱਚੋਂ ਇੱਕ ਨਵਾਂ ਗਰੁੱਪ ਜਿਹੜਾ ਹਾਈ ਕਮਾਂਡ ਦਾ ਪੈਦਾ ਹੋਇਆ, ਜਿਹਨੂੰ ਅਸੀਂ ਕਹਿੰਦੇ ਹਾਂ G23, G23। ਉਹਨਾਂ ਨੇ ਆਪਣੇ ਆਪ ਨੂੰ ਕਿਹਾ ਕਿ ਅਸੀਂ ਟਕਸਾਲੀ ਕਾਂਗਰਸੀ ਹਾਂ, ਔਰ ਸਾਨੂੰ ਜਿਹੜਾ ਹੈਗਾ ਅਹੁਦੇ ਜਿਹੜੇ ਨੇ ਦਿੱਤੇ ਜਾਣੇ ਚਾਹੀਦੇ ਨੇ, ਔਰ ਖਾਸ ਤੌਰ ਤੇ ਪ੍ਰਧਾਨਗੀ ਦਾ ਅਹੁਦਾ ਉਹਨਾਂ ਨੇ ਕਿਹਾ ਕਿ ਸਾਡੇ ਵਿੱਚੋਂ ਜਿਹੜਾ ਹੈਗਾ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਔਰ ਜਿਨ੍ਹਾਂ ਨੇ ਦੇਸ਼ ਨੂੰ ਅੱਗੇ ਲਿਜਾਣ ਦੇ ਵਿੱਚ ਬਹੁਤ ਵੱਡੀਆਂ ਜਿਨ੍ਹਾਂ ਦਾ ਯੋਗਦਾਨ ਹੈ, ਉਹਨਾਂ ਨੇ ਕਿਹਾ ਕਿ ਸਾਨੂੰ ਅੱਗੇ ਕਰਨਾ ਚਾਹੀਦਾ ਹੈ। ਔਰ ਆਪਾਂ ਨੂੰ ਵੀ ਪਤਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਹੈਗੀ ਹੈ ਪ੍ਰਧਾਨਗੀ ਦਾ ਜਿਹੜੀ ਚੋਣ ਹੈ ਹੋਣੀ ਹੁੰਦੀ ਹੈ ਹਰ ਸਾਲ, ਉਹ ਜਿਹੜੀ ਹੈਗੀ ਨਹੀਂ ਹੋਈ।
ਔਰ ਜਿਹਦੇ ਕਰਕੇ ਤੁਸੀਂ ਦੇਖੋਗੇ ਕਿ ਇੱਕੋ ਪਰਿਵਾਰ ਦੇ ਜਿਹੜੇ ਨੇ ਉਹੀ ਸਾਰਾ ਚੀਜ਼ਾਂ ਨੂੰ ਕੰਟਰੋਲ ਕਰ ਰਹੇ ਨੇ। ਸੋ ਦੂਜੇ ਪਾਸੇ ਕੀ ਹੈ ਕਿ ਪੰਜਾਬ ਦੀ ਕਾਂਗਰਸ ਦੇ ਵਿੱਚ ਫੁੱਟ ਜਿਹੜੀ ਹੈਗੀ ਆ ਉਹਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਹਾਈ ਕਮਾਂਡ ਦੀ ਕਮਜ਼ੋਰੀ ਕਰਕੇ ਕਿ ਇੱਥੇ ਜਿਹੜਾ ਹੈਗਾ ਹਰ ਬੰਦਾ ਜਿਵੇਂ ਕਹਿੰਦੇ ਆਪਣੇ ਆਪ ਨੂੰ ਮੁੱਖ ਮੰਤਰੀ ਸਮਝਣ ਲੱਗ ਜਾਂਦਾ। ਸੋ ਉਹਦੇ ਨਾਲ ਕੀ ਹੋ ਗਿਆ ਕਿ ਪੰਜਾਬ ਦੇ ਵਿੱਚ ਜਿਹੜੀ ਅਨੁਸ਼ਾਸਨਹੀਨਤਾ ਇੰਨੀ ਵੱਧ ਗਈ ਕਿ ਹਰ ਬੰਦੇ ਨੇ ਬੋਲਣਾ ਜਿਹੜਾ ਸੀਗਾ ਸ਼ੁਰੂ ਕੀਤਾ, ਹਰ ਵਿਧਾਇਕ ਜਿਹੜਾ ਸੀਗਾ ਬੋਲਣਾ ਸ਼ੁਰੂ ਕਰ ਰਿਹਾ ਸੀਗਾ, ਜਿਹਦੇ ਕਰਕੇ ਇੰਨਾ ਖਲਾਰਾ ਪੈ ਗਿਆ ਕਿ ਗੱਲ ਜਿਹੜੀ ਸੀਗੀ ਦਿੱਲੀ ਦੇ ਵਿੱਚ ਹਾਈ ਕਮਾਂਡ ਦੇ ਕੋਲ ਚਲੀ ਗਈ। ਸੋ ਮੇਰਾ ਇਹ ਕਹਿਣ ਦਾ ਮਤਲਬ ਹੈ ਕਿ ਪਾਰਟੀ ਉਨੀ ਦੇਰ ਕੋਈ ਵੀ ਪਾਰਟੀ ਹੈ, ਚਾਹੇ ਕਾਂਗਰਸ ਹੈ, ਚਾਹੇ ਬੀਜੇਪੀ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਜਿੰਨੀ ਦੇਰ ਅਨੁਸ਼ਾਸਨ ਜਿਹਦੇ ਵਿੱਚ ਰਹਿ ਕੇ ਪਾਰਟੀ ਨਹੀਂ ਚੱਲਦੀ ਉਹ ਪਾਰਟੀ ਕਦੇ ਵੀ ਕਾਮਯਾਬ ਨਹੀਂ ਹੋ ਸਕਦੀ। ਔਰ 22 ਦੀਆਂ ਚੋਣਾਂ ਤਾਂ ਜਿੱਤਣ ਲਈ ਬਹੁਤ ਹੀ ਦੂਰ ਹੈ, ਪਰ ਜੇ ਤੁਸੀਂ ਕੰਟਰੋਲ ਨਹੀਂ ਕਰੋਗੇ, ਅਨੁਸ਼ਾਸਨ ਨਹੀਂ ਲੈ ਕੇ ਆਓਗੇ ਪਾਰਟੀ ਦੇ ਵਿੱਚ, ਤਾਂ ਤੁਸੀਂ ਲਾਜ਼ਮੀ ਤੌਰ ਤੇ ਤੁਹਾਡਾ ਜਿਹੜਾ ਹੈਗਾ ਖਲਾਰਾ ਪਏਗਾ ਔਰ ਤੁਸੀਂ ਹਾਰਨ ਦੀਆਂ ਸੰਭਾਵਨਾਵਾਂ ਤੁਹਾਡੇ ਵਿੱਚੋਂ ਪੈਦਾ ਹੋ ਜਾਣਗੀਆਂ। ਸੋ ਇਹਦਾ ਨਤੀਜਾ ਕੀ ਨਿਕਲਿਆ ਕਿ ਅਨੁਸ਼ਾਸਨਹੀਨਤਾ ਕਰਕੇ ਪੋਸਟਰਵਾਰ ਸ਼ੁਰੂ ਹੋਈ, ਇੱਕ ਦੂਜੇ ਖਿਲਾਫ ਜਿਹੜੇ ਸੀਗੇ ਆਉਣੇ ਸ਼ੁਰੂ ਹੋਏ ਔਰ ਬਿਆਨਬਾਜ਼ੀ ਸ਼ੁਰੂ ਹੋਈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਹਾਈ ਕਮਾਂਡ, ਜਿੰਨੀ ਦੇਰ ਹਾਈ ਕਮਾਂਡ ਜਿਹੜੀ ਤਾਕਤਵਰ ਨਹੀਂ ਹੁੰਦੀ, ਉਹਦੇ ਵਿੱਚ ਵੱਡੇ ਲੀਡਰਸ਼ਿਪ ਨੂੰ ਅੱਗੇ ਨਹੀਂ ਲੈ ਕੇ ਆਉਂਦੇ, ਉਨੀ ਦੇਰ ਸਟੇਟਾਂ ਦੇ ਵਿੱਚ ਜਿਹੜਾ ਖਲਾਰਾ ਹੈ ਉਹ ਪੈਂਦਾ ਰਹੇਗਾ। ਤੁਸੀਂ ਦੇਖੋਗੇ ਕਿ ਇੱਕ ਇੱਕ ਕਰਕੇ ਜਿਹੜੀਆਂ ਸਟੇਟਾਂ ਨੇ ਕਾਂਗਰਸ ਦੇ ਹੱਥੋਂ ਨਿਕਲ ਰਹੀਆਂ ਨੇ, ਜਿਵੇਂ ਤੁਸੀਂ ਦੱਸਿਆ, ਚਾਹੇ ਉਹ ਐਮਪੀ ਦੀ ਗੱਲ ਹੋਵੇ, ਚਾਹੇ ਉਹ ਰਾਜਸਥਾਨ ਦੀ ਗੱਲ ਹੋਵੇ, ਪੰਜਾਬ ਦੀ ਗੱਲ ਹੋਵੇ, ਇੱਥੋਂ ਤੱਕ ਕਿ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਚੋਣਾਂ ਹੋ ਕੇ ਹਟੀਆਂ ਨੇ, ਕਾਂਗਰਸ ਨੂੰ ਉਮੀਦ ਸੀ ਕਿ ਅਸੀਂ ਅਸਾਮ ਚ ਆ ਸਕਦੇ ਹਾਂ, ਅਸੀਂ ਬੰਗਾਲ ਚ ਆ ਸਕਦੇ ਹਾਂ, ਅਸੀਂ ਕੇਰਲਾ ਚ ਆ ਸਕਦੇ ਹਾਂ, ਪਰ ਨਤੀਜਾ ਕੀ ਨਿਕਲਿਆ? ਉੱਥੇ ਕੁਝ ਵੀ ਨਹੀਂ ਹੋਇਆ, ਕਿਉਂਕਿ ਇਹਨਾਂ ਦੀ ਆਪਸੀ ਜਿਹੜੀ ਫੁੱਟ ਸੀਗੀ, ਅਨੁਸ਼ਾਸਨਹੀਨਤਾ ਸੀਗੀ, ਜਿਹਦੇ ਕਰਕੇ ਜਿਹੜੀ ਮਾੜੀਆਂ ਮੋਟੀਆਂ ਵੋਟਾਂ ਜਿਹੜੀਆਂ ਪੈਣੀਆਂ ਸੀ ਇਹਨਾਂ ਨੂੰ ਉਹ ਵੀ ਨਹੀਂ ਪਈਆਂ। ਸੋ ਜੇ ਇਹੀ ਜਿਹੜਾ ਨਤੀਜੇ ਨਿਕਲਦੇ ਰਹੇ ਦੇ ਉੱਪਰ ਵੀ ਇਹਦੀ ਗਾਜ ਡਿਗਰੀ ਸ਼ੁਰੂ ਹੋ ਗਈ ਹੈ। ਜੀ ਬਿਲਕੁਲ ਦੀ ਤੁਸੀਂ ਗੱਲ ਕੀਤੀ, ਉਹਨਾਂ ਦੇ ਵਿੱਚੋਂ ਕੁਝ ਲੀਡਰ ਨੇ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਕਿ ਜਿਹੜਾ ਯੂਪੀਏ ਦੇ ਲੀਡਰ ਹੈ, ਜਿਹੜਾ ਜਿਵੇਂ ਐਨਡੀਏ ਮੋਦੀ ਸਰਕਾਰ ਦਾ ਅਲਾਇੰਸ ਹੈ ਤੇ ਯੂਪੀਏ ਇੱਧਰ ਕਾਂਗਰਸ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਪਾਰਟੀਆਂ ਜੁੜੀਆਂ ਹੋਈਆਂ ਨੇ। ਯੂਪੀਏ ਦੀ ਲੀਡਰ ਜਿਹੜੀ ਸੋਨੀਆ ਗਾਂਧੀ ਹੈ, ਕਹਿੰਦੇ ਕਿ ਹੁਣ ਸੋਨੀਆ ਗਾਂਧੀ ਨੂੰ ਹਟਾ ਕੇ ਮਮਤਾ ਬੈਨਰਜੀ ਨੂੰ ਯੂਪੀਏ ਦੀ ਲੀਡਰ ਚੁਣਨਾ ਚਾਹੀਦਾ, ਕਿਉਂਕਿ ਬੜੇ ਵੱਡੇ ਪੱਧਰ ਤੇ ਬੜੀ ਸਖਤੀ ਦੇ ਨਾਲ ਜਿਹੜੀ ਉਹਨਾਂ ਦੇ ਵੱਲੋਂ ਟੱਕਰ ਦਿੱਤੀ ਗਈ ਸੀ ਪੱਛਮ ਬੰਗਾਲ ਦੇ ਵਿੱਚ। ਜੀ ਬਿਲਕੁਲ, ਤੁਸੀਂ ਦੇਖੋਗੇ ਕਿ ਇਸੇ ਤਰ੍ਹਾਂ ਦਾ ਕਰਕੇ, ਕਿਉਂਕਿ ਕੰਟਰੋਲ ਨਹੀਂ ਹੈ, ਕਿਉਂਕਿ ਕੰਟਰੋਲ ਇਸ ਲਈ ਨਹੀਂ ਹੈ ਕਿ ਸਮਾਂ ਨਹੀਂ ਦਿੱਤਾ ਜਾ ਰਿਹਾ। ਜੇ ਤੁਸੀਂ ਭਾਰਤ ਨੂੰ ਬਚਾਉਣਾ ਹੈ, ਹਿੰਦੁਸਤਾਨ ਨੂੰ ਬਚਾਉਣਾ, ਉਹ ਖਾਸ ਤੌਰ ਤੇ ਐਡੀ ਵੱਡੀ ਪਾਰਟੀ ਜਿਹੜੀ ਨੂੰ ਕਿ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬੀਜੇਪੀ ਨੂੰ ਮੰਨਿਆ ਜਾਂਦਾ ਹੈ, ਉਸ ਨੂੰ ਟੱਕਰ ਦੇਣੀ ਹੈ, ਤਾਂ ਲਾਜ਼ਮੀ ਤੌਰ ਤੇ ਉਹਦੇ ਲਈ ਅਨੁਸ਼ਾਸਨਹੀਨਤਾ ਜਿਹੜੀ ਹੈਗੀ ਇਹ ਗੱਲ ਨਹੀਂ ਚੱਲੇਗੀ। ਉਹਦੇ ਲਈ ਤੁਹਾਨੂੰ ਅਨੁਸ਼ਾਸਨਬੱਧ ਹੋਣਾ ਪਏਗਾ ਔਰ ਦੂਸਰੇ ਪਾਸੇ ਤੁਹਾਨੂੰ ਆਪਣੇ ਆਪ ਨੂੰ ਜਥੇਬੰਦ ਕਰਨਾ ਪਏਗਾ। ਔਰ ਵੱਖਰੀ ਗੱਲ ਹੈ ਕਿ ਤੁਹਾਨੂੰ ਵਿਚਾਰਧਾਰਾ ਜਿਹੜੀ ਹੈਗੀ, ਆਪਣੇ ਖਿਆਲ ਜਿਹੜੇ ਨੇ, ਕਿਸੇ ਵੇਲੇ ਜਿਹੜੇ ਗਾਂਧੀ ਜੀ ਦੇ ਖਿਆਲ ਸੀਗੇ, ਜਵਾਹਰ ਲਾਲ ਨਹਿਰੂ ਜਿਨ੍ਹਾਂ ਕਰਕੇ ਪਾਰਟੀ ਅੱਗੇ ਆ ਰਹੀ ਸੀਗੀ, ਉਹਨਾਂ ਦੇ ਵਿਚਾਰਾਂ ਨੂੰ ਤੁਹਾਨੂੰ ਅੱਗੇ ਲਿਆਉਣਾ ਪਏਗਾ। ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਜਿਹੜੀ ਹਾਈ ਕਮਾਂਡ ਹੈ ਜਾਂ ਸੈਂਟਰ ਦੀ ਜਿਹੜੀ ਕਾਂਗਰਸ ਹੈ, ਉਹਦੇ ਵਿੱਚ ਬਹੁਤ ਅਨੁਸ਼ਾਸਨਹੀਨਤਾ ਵੀ ਹੈ ਇਸ ਵੇਲੇ, ਔਰ ਵੱਡੇ ਪੱਧਰ ਤੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਲੀਡਰਸ਼ਿਪ ਦੀ ਕਮਜ਼ੋਰੀ ਹੈ, ਵੱਡੇ ਲੀਡਰ ਨਾ ਆਉਣ ਕਰਕੇ, ਔਰ ਖਾਸ ਤੌਰ ਤੇ ਜਿਹੜੇ ਲੋਕਾਂ ਨਾਲ ਜੁੜੇ ਹੋਏ ਜਿਹੜੇ ਲੀਡਰ ਨੇ, ਲੋਕ ਪੱਖੀ ਲੀਡਰ ਨੇ, ਉਹਨਾਂ ਦੇ ਵਿੱਚ ਘਾਟ ਹੋਣ ਕਰਕੇ ਜਿਹੜੀ ਹੈਗੀ ਆ ਇਹ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਨੇ। ਔਰ ਇਹਦਾ ਇਸ਼ਾਰਾ ਪੰਜਾਬ ਦੇ ਵਿੱਚ ਵੀ ਸਾਨੂੰ ਦਿਖਾਈ ਦੇ ਰਿਹਾ ਹੈ, ਔਰ ਇਹਦਾ ਨਤੀਜਾ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਜਿਵੇਂ 5 ਸਟੇਟਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਹੋਇਆ, ਅਗਲੀਆਂ ਜਿਹੜੀਆਂ 5 ਸਟੇਟਾਂ ਦੇ ਵਿੱਚ ਚੋਣਾਂ ਹੋਣੀਆਂ ਨੇ, ਇਹੀ ਖਮਿਆਜਾ ਕਾਂਗਰਸ ਨੂੰ ਹੋ ਸਕਦਾ ਹੈ ਕਿ ਇਸ ਅਨੁਸ਼ਾਸਨਹੀਨਤਾ ਦਾ ਜਾਂ ਇਸ ਬਿਨਾਂ ਲੀਡਰਸ਼ਿਪ ਤੋਂ ਲੜਾਈ ਲੜਨ ਦਾ ਇਹ ਸ਼ਾਇਦ ਭੁਗਤਣਾ ਪੈ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਜੀ ਸੁਖਵਿੰਦਰ ਜੀ। ਡਾਕਟਰ ਸਾਹਿਬ ਜੀ, ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਆਏ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਸ तमाम ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਤੇ ਆਪਣੇ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕੀਤੇ ਗਏ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਹੋਣਾ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦੀ ਦਿਓ ਇਜਾਜ਼ਤ। ਧੰਨਵਾਦ।